ਹਾਲੇਲੂਇਆ ਪ੍ਰੇਜ਼ ਦ ਲਾਰਡ ਜੈ ਮਸੀਹ ਕੀ ਪ੍ਰੇਜ਼ ਦ ਲਾਰਡ ਜੀਸਸ ਹਾਲੇਲੂਇਆ। ਸੋ ਅੱਜ ਆਪਾਂ ਗੱਲ ਕਰਾਂਗੇ ਗਰਭ ਦੇ ਫਲ ਦੀ ਔਰ ਰੋਗਾਂ ਦੀ। ਹਾਲੇਲੂਇਆ। ਕਿ ਪਰਮੇਸ਼ਵਰ ਨਹੀਂ ਚਾਹੁੰਦਾ ਕਿ ਸਾਡੇ ਅੰਦਰ ਰੋਗ ਹੋਣ ਔਰ ਅਸੀਂ ਅਨਫਰੂਟਫੁਲ ਹੋਈਏ। ਹਾਲੇਲੂਇਆ। ਪਰਮੇਸ਼ਵਰ ਦੀ ਮਰਜ਼ੀ ਬਾਈਬਲ ਕਹਿੰਦੀ ਆ ਕਿ ਇੱਕ ਕੋਹੜੀ ਪਰਮੇਸ਼ਵਰ ਦੇ ਕੋਲ ਆਇਆ ਔਰ ਪਰਮੇਸ਼ਵਰ ਨੂੰ ਕਹਿਣ ਲੱਗਾ ਕਿ ਹੇ ਪ੍ਰਭੂ, ਅਗਰ ਤੂੰ ਚਾਹੇ ਤਾਂ ਮੈਨੂੰ ਭਲਾ ਚੰਗਾ ਕਰ ਸਕਦਾ, ਸ਼ੁੱਧ ਅਤੇ ਚੰਗਾ ਕਰ ਸਕਦਾ ਹਾਂ। ਯਿਸੂ ਮਸੀਹ ਨੇ ਕਿਹਾ ਮੈਂ ਚਾਹਤਾ ਹੂੰ। ਹਾਲੇਲੂਇਆ। ਇੰਗਲਿਸ਼ ਦੀ ਬਾਈਬਲ ਕਹਿੰਦੀ ਆ ਯੈਸ ਆਈ ਵਿਲ, ਮਤਲਬ ਕਿ ਹਾਂ ਮੇਰੀ ਮਰਜ਼ੀ ਹੈਗੀ ਆ ਇਹਦੇ ਵਿੱਚ ਕਿ ਤੂੰ ਚੰਗਾ ਹੋਵੇਂ। ਹਾਲੇਲੂਇਆ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਸਵਰੂਪ ਔਰ ਸਮਾਨਤਾ ਦੇ ਵਿੱਚ ਬਣਾਇਆ। ਤਾਂ ਕੀ ਪਰਮੇਸ਼ਵਰ ਰੋਗੀ ਆ? ਕੀ ਪਰਮੇਸ਼ਵਰ ਦੇ ਅੰਦਰ ਕੋਈ ਪ੍ਰੋਬਲਮ ਆ? ਕੀ ਪਰਮੇਸ਼ਵਰ ਫਲ ਨਹੀਂ ਲੈ ਕੇ ਆਉਂਦਾ? ਕੀ ਪਰਮੇਸ਼ਵਰ ਫਲਵੰਤ ਨਹੀਂ ਹੁੰਦਾ? ਕੀ ਪਰਮੇਸ਼ਵਰ ਦੇ ਅੰਦਰ ਕੋਈ ਇਹੋ ਜਿਹਾ ਅੰਗ ਹੈ ਜਿਹੜਾ ਕਿ ਕੰਮ ਨਹੀਂ ਕਰਦਾ? ਇੰਪੋਸੀਬਲ, ਇੱਦਾਂ ਨਹੀਂ ਆ। ਹਾਲੇਲੂਇਆ। ਸਰਵ ਸ਼ਕਤੀਮਾਨ ਪਰਮੇਸ਼ਵਰ ਬਾਈਬਲ ਕਹਿੰਦੀ ਕਿ ਸਿੱਧ ਆ, ਪਰਫੈਕਟ ਆ। ਬਾਈਬਲ ਕਹਿੰਦੀ ਉਹ ਪਵਿੱਤਰ ਆ। ਹਾਲੇਲੂਇਆ। ਉਹ ਇੱਕ ਪਸਮ ਕਰਨ ਵਾਲੀ ਅੱਗ ਆ। ਹਾਲੇਲੂਇਆ। ਔਰ ਸਭ ਤੋਂ ਮਹਾਨ, ਸਭ ਤੋਂ ਪਵਿੱਤਰ, ਸਭ ਤੋਂ ਪਰਮ ਸੁੰਦਰ ਪਰਮੇਸ਼ਵਰ ਆ। ਹਾਲੇਲੂਇਆ। ਤਾਂ ਕਿੱਦਾਂ ਪੋਸੀਬਲ ਆ ਕਿ ਪਰਮੇਸ਼ਵਰ ਨੇ ਸਾਨੂੰ ਆਪਣਾ ਵਚਨ ਦਿੱਤਾ ਕਿ ਤੁਸੀਂ ਮੇਰੇ ਸਵਰੂਪ ਔਰ ਸਮਾਨਤਾ ਦੇ ਵਿੱਚ ਬਣਾਏ ਗਏ ਆ, ਤਾਂ ਫਿਰ ਸਾਡੇ ਵਿੱਚ ਰੋਗ ਕਿੱਦਾਂ? ਸਾਡੇ ਵਿੱਚ ਅਨਫਰੂਟਫੁਲਨੈਸ ਕਿੱਦਾਂ? ਸਾਡੇ ਵਿੱਚ ਪ੍ਰੋਬਲਮਸ ਕਿੱਦਾਂ? ਹਾਲੇਲੂਇਆ। ਬਾਈਬਲ ਕਹਿੰਦੀ ਆ ਕਿ ਧਰਮੀ ਜਨ ਬਹੁਤ ਸਾਰੀਆਂ ਵਿਪੱਤੀਆਂ ਦੇ ਵਿੱਚੋਂ ਦੀ ਲੰਘਦਾ ਤਾਂ ਜ਼ਰੂਰ ਆ, ਪਰ ਯਹੋਵਾ ਉਹਨਾਂ ਸਾਰਿਆਂ ਤੋਂ ਉਹਨੂੰ ਸੰਤੁਸ਼ਟ ਕਰਦਾ, ਉਹਨੂੰ ਬਚਾਉਂਦਾ ਔਰ ਛੁਟਕਾਰਾ ਦਿੰਦਾ। ਹਾਲੇਲੂਇਆ। ਇਟ ਮੀਨਸ ਕਿ ਪ੍ਰੋਬਲਮਸ, ਇਹ ਸਾਰੀਆਂ ਰੋਗ ਬਿਮਾਰੀਆਂ ਕੁਝ ਸਮੇਂ ਦੇ ਲਈ ਆ ਸਕਦੀਆਂ ਸੀ, ਜਸਟ ਫॉर ਅ ਟੈਸਟ, ਇੱਕ ਟੈਸਟ ਵਾਸਤੇ ਆ ਸਕਦੀਆਂ ਸੀਗੀਆਂ, ਬਟ ਇਹ ਪਰਮਾਨੈਂਟ ਨਹੀਂ ਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਬਟ ਇਹ ਦਿੱਕਤ ਉੱਥੇ ਬਣਦੀ ਆ ਜਦੋਂ ਕਿ ਇੱਕ ਲੌਂਗ ਟਾਈਮ ਇਸ ਚੀਜ਼ ਦੇ ਵਿੱਚ ਬਤੀਤ ਹੋ ਜਾਂਦਾ ਆ, ਤਾਂ ਦੈਨ ਬੰਦੇ ਨੂੰ ਥੋੜ੍ਹਾ ਸੋਚਣ ਦੀ ਲੋੜ ਆ, ਸਾਨੂੰ ਸੋਚਣ ਦੀ ਲੋੜ ਆ ਕਿ ਪ੍ਰਭੂ ਤੇਰੀ ਉਪਸਥਿਤੀ ਦੇ ਵਿੱਚ ਚੱਲ ਰਹੇ ਹਾਂ, ਵਚਨ ਪੜ੍ਹ ਰਹੇ ਹਾਂ, ਪ੍ਰਾਰਥਨਾ ਕਰ ਰਹੇ ਹਾਂ, ਰੋਜ਼ੇ ਰੱਖ ਰਹੇ ਹਾਂ, ਤਾਂ ਫਿਰ ਦਿੱਕਤ ਕਿੱਥੇ ਆ? ਹਾਲੇਲੂਇਆ। ਇਟ ਮੀਨਸ ਕਿ ਪਰਮੇਸ਼ਵਰ ਤੁਹਾਨੂੰ ਇਸ ਲਈ ਉਸ ਚੀਜ਼ ਦੇ ਵਿੱਚੋਂ ਈਜ਼ਲੀ ਨਹੀਂ ਕੱਢ ਰਹੇ ਸੀਗੇ ਕਿਉਂਕਿ ਪਰਮੇਸ਼ਵਰ ਚਾਹੁੰਦੇ ਆ ਕਿ ਤੁਸੀਂ ਔਰ ਮੈਂ ਉਸ ਚੀਜ਼ ਦੇ ਨਾਲ ਲੜੀਏ। ਹਾਲੇਲੂਇਆ। ਦੱਸੋ, ਪਰਮੇਸ਼ਵਰ ਚਾਹੁੰਦੇ ਕਿ ਅਸੀਂ ਉਹਦੇ ਨਾਲ ਲੜੀਏ ਔਰ ਲੜ ਕੇ ਜਿੱਤ ਹਾਸਲ ਕਰੀਏ, ਕਿਉਂਕਿ ਬਾਈਬਲ ਕਹਿੰਦੀ ਹੈ ਕਿ ਤੁਸੀਂ ਮੋਰ ਦੈਨ ਕੌਂਕਰਰ ਆ। ਮੋਰ ਦੈਨ ਕੌਂਕਰਰ ਮਤਲਬ ਕਿ ਤੁਸੀਂ ਜਿੱਤੇ ਹੋਇਆਂ ਨਾਲੋਂ ਵੀ ਜਿੱਤ ਕੇ, ਜਦੋਂ ਬੰਦਾ ਪੂਰਾ ਆਪਣੀ ਪਦਵੀ 'ਤੇ ਬਹਿ ਜਾਂਦਾ ਨਾ, ਜਿੱਤ ਕੇ, ਅਵਾਰਡ ਜਿੱਤ ਕੇ, ਮੈਡਲ ਜਿੱਤ ਕੇ, ਪਰਮੇਸ਼ਵਰ ਨੇ ਸਾਨੂੰ ਉਹ ਟਾਈਟਲ ਦਿੱਤਾ ਆ ਕਿ ਤੁਸੀਂ ਜਿੱਤ ਕੇ ਆਲਰੇਡੀ ਆਪਣੀ ਪਦਵੀ ਦੇ ਉੱਤੇ ਬੈਠੇ ਆ, ਸਿਰਫ ਸ਼ੈਤਾਨ ਦੀ ਛਾਤੀ 'ਤੇ ਪੈਰ ਰੱਖਣਾ ਆ। ਹਾਲੇਲੂਇਆ। ਮਤਲਬ ਕਿ ਇਹ ਕੋਈ ਡਿਫੀਕਲਟ ਚੀਜ਼ ਨਹੀਂ ਆ, ਪਰ ਤੁਹਾਨੂੰ ਸਮਝਣਾ ਪੈਣਾ, ਮੈਨੂੰ ਸਮਝਣਾ ਪੈਣਾ ਕਿ ਸਾਡੀ ਅਸਲੀ ਆਈਡੈਂਟੀਟੀ ਹੈ ਕੀ, ਅਸੀਂ ਅਸਲੀਅਤ ਦੇ ਵਿੱਚ ਹੈ ਕੌਣ। ਹਾਲੇਲੂਇਆ। ਇੱਕ ਕੋਰਟ ਆ ਨਾ, ਜਦੋਂ ਕੋਈ ਕੇਸ ਚੱਲਦਾ, ਕੋਰਟ ਦੇ ਵਿੱਚ ਵਕੀਲ ਉਹਨਾਂ ਤੀਕਰ ਨਹੀਂ ਜਿੱਤਦਾ ਜਿੰਨਾ ਤੀਕਰ ਕਿ ਉਹਨੂੰ ਪੂਰੇ ਦਲੀਲਾਂ ਬਾਰੇ, ਪੂਰੇ ਲਾਅ ਬਾਰੇ ਨਹੀਂ ਪਤਾ ਹੁੰਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਜੱਜ ਦੇ ਸਾਹਮਣੇ ਕਿਹੜਾ ਲਾਅ, ਕਿਹੜਾ ਆਰਟੀਕਲ ਲੈ ਕੇ ਜਾਣਾ। ਉਸੇ ਤਰ੍ਹਾਂ ਪਰਮੇਸ਼ਵਰ ਜੋ ਕਿ ਇੱਕ ਸੁਪਰੀਮ ਗੋਡ ਹੈ, ਇੱਕ ਸੁਪਰੀਮ ਜੱਜ ਆ, ਤਾਂ ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਆਪਣਾ ਮੁਕੱਦਮਾ, ਬਾਈਬਲ ਕਹਿੰਦੀ ਕਿ ਯਸ਼ਾਇਆ ਦੀ ਪੁਸਤਕ ਦੇ ਵਿੱਚ ਲਿਖਿਆ ਕਿ ਆਓ ਔਰ ਮੇਰੇ ਸਾਥ ਆਪਣੇ ਮੁਕੱਦਮੇ ਕੋ ਲੜੋ, ਮਤਲਬ ਕਿ ਮੇਰੇ ਸਾਥ ਬਾਤ ਕਰੋ। ਯਸ਼ਾਇਆ ਦੀ ਬਾਈਬਲ ਕਹਿੰਦੀ ਆ, ਯਸ਼ਾਇਆ ਦੀ ਪੁਸਤਕ ਕਹਿੰਦੀ ਆ ਕਿ ਆਓ ਔਰ ਮੇਰੇ ਨਾਲ ਆਪਣੇ ਕੇਸ ਦੀ ਗੱਲਬਾਤ ਕਰੋ। ਹਾਲੇਲੂਇਆ। ਇੰਗਲਿਸ਼ ਦੀ ਬਾਈਬਲ ਕਹਿੰਦੀ ਆ ਕਮ ਐਂਡ ਡਿਸਕਸ ਵਿਦ ਮੀ ਯੋਰ ਕੇਸ। ਹਾਲੇਲੂਇਆ। ਤਾਂ ਇਟ ਮੀਨਸ ਕਿ ਅਸੀਂ ਪਰਮੇਸ਼ਵਰ ਦੇ ਨਾਲ ਆਪਣੇ ਕੇਸ ਨੂੰ ਡਿਸਕਸ ਕਰ ਸਕਦੇ ਹਾਂ, ਪਰ ਪਰਮੇਸ਼ਵਰ ਦੇ ਨਾਲ ਅਸੀਂ ਆਪਣੇ ਕੇਸ ਨੂੰ ਆਪਣੀ ਦੁਨਿਆਵੀ ਲੈਂਗੁਏਜ ਦੇ ਵਿੱਚ, ਆਪਣੇ ਰੋਣੇ ਦੇ ਨਾਲ ਜਾਂ ਆਪਣੇ ਡਿਸਕਰੇਜਮੈਂਟ ਦੇ ਨਾਲ ਅਸੀਂ ਉਹਦੇ ਨਾਲ ਡੀਲ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ਵਰ ਇਮੋਸ਼ਨਲ ਨਹੀਂ ਆ। ਹਾਲੇਲੂਇਆ। ਅਗਰ ਪਰਮੇਸ਼ਵਰ ਇਮੋਸ਼ਨਲ ਹੁੰਦਾ ਤਾਂ ਇੰਨੇ ਸਾਰੇ ਲੋਕ ਜਦ ਰੋਂਦੇ ਆ, ਪਰਮੇਸ਼ਵਰ ਤਾਂ ਚੁਟਕੀ ਮਾਰ 'ਚ ਸਾਰਾ ਕੁਝ ਠੀਕ ਕਰ ਦਿੰਦੇ, ਪਰ ਪਰਮੇਸ਼ਵਰ ਇਮੋਸ਼ਨਲ ਨਹੀਂ ਆ, ਬਲਕਿ ਸਪਿਰਿਚੁਅਲ, ਆਪਣੇ ਵਚਨ ਦੇ ਅਕੋਰਡਿੰਗ। ਹਾਲੇਲੂਇਆ। ਤਾਂ ਸੋ ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਾ ਕੇ ਉਸ ਮੁਕੱਦਮੇ ਦੇ ਨਾਲ ਲੜੀਏ, ਉਸ ਜੱਜ ਦੇ ਸਾਹਮਣੇ ਜਾ ਕੇ ਉਸ ਲਾਅ ਨੂੰ ਲੈ ਕੇ ਜਾਈਏ। ਹਾਲੇਲੂਇਆ। ਤਾਂ ਕਿ ਅਸੀਂ ਪ੍ਰੈਜ਼ੈਂਟ ਕਰ ਸਕੀਏ ਕਿ ਪ੍ਰਭੂ ਦੇਖ ਤੇਰਾ ਵਚਨ ਕੀ ਕਹਿੰਦਾ, ਦੇਖ ਤੇਰਾ ਵਚਨ ਕੀ ਕਹਿੰਦਾ, ਤਾਂ ਫਿਰ ਤੂੰ ਕਿਉਂ ਆਪਣੇ ਵਚਨ ਨੂੰ ਪੂਰਾ ਨਹੀਂ ਕਰ ਰਿਹਾ। ਹਾਲੇਲੂਇਆ। ਪਰ ਉਹ ਚਾਹੁੰਦਾ ਹੈ ਕਿ ਅਸੀਂ ਇਸ ਚੀਜ਼ ਨਾਲ ਫਾਈਟ ਕਰੀਏ ਔਰ ਫਾਈਟ ਕਰਕੇ ਉਹਦੇ ਸਾਹਮਣੇ ਲਾਅ ਲੈ ਕੇ ਜਾਈਏ।
ਹਾਲੇਲੂਇਆ। ਔਰ ਪਰਮੇਸ਼ਰ ਦਾ ਵਚਨ ਕੀ ਆ? ਵਿਵਸਥਾ। ਪਰਮੇਸ਼ਰ ਦਾ ਵਚਨ ਕੀ ਆ? ਪਰਮੇਸ਼ਰ ਦਾ ਲਾਅ, ਪਰਮੇਸ਼ਰ ਦੀ ਸੁਪਰੀਮ ਕੋਰਟ ਦੇ ਵਿੱਚ ਚੱਲਣ ਵਾਲਾ ਇੱਕ ਆਧਾਰ, ਇੱਕ ਹਥਿਆਰ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਗਰਭ ਦੇ ਫਲ ਦੀ, ਔਰ ਆਪਾਂ ਗੱਲ ਕਰ ਰਹੇ ਹਾਂ ਫਰੂਟਫੁਲ ਹੋਣ ਦੀ, ਮਤਲਬ ਕਿ ਬੜੋਤਰੀ ਦੀ ਗੱਲ ਕਰ ਰਹੇ ਹਾਂ। ਅੱਜ ਆਪਾਂ ਰੋਗਾਂ ਤੋਂ ਚੰਗੇ ਹੋਣ ਦੀ ਗੱਲ ਕਰ ਰਹੇ ਹਾਂ। ਹਾਲੇਲੂਇਆ, ਪ੍ਰੇਜ਼ ਦ ਲਾਰਡ। ਧੰਨਵਾਦ ਆ ਪ੍ਰਭੂ ਦਾ ਕਿ ਅੱਜ ਪਰਮੇਸ਼ਰ ਨੇ ਮੇਰੇ ਮਨ 'ਚ ਪਾਇਆ ਕਿ ਅੱਜ ਵਚਨ ਸ਼ੇਅਰ ਕਰਾਂ ਮੈਂ ਆਪਣੇ ਭੈਣ ਭਾਈਆਂ ਦੇ ਨਾਲ, ਔਰ ਇਸ ਵਚਨ ਨੂੰ ਮੈਂ ਸ਼ੇਅਰ ਕਰਾਂ ਕਿ ਆਖਿਰ ਬਾਈਬਲ ਬੰਦੇ ਪੜ੍ਹਦੇ ਆ, ਬਾਈਬਲ ਅਸੀਂ ਪੜ੍ਹਦੇ ਹਾਂ, ਬਾਈਬਲ ਨੂੰ ਪਿਆਰ ਕਰਦੇ ਹਾਂ, ਬਾਈਬਲ ਅਸੀਂ ਆਪਣੇ ਸਿਰਹਾਣੇ ਰੱਖ ਕੇ ਵੀ ਸੌਂਦੇ ਹਾਂ। ਹਾਲੇਲੂਇਆ। ਬਟ ਕੀ ਸਾਨੂੰ ਐਗਜ਼ੈਕਟਲੀ ਪਤਾ ਆ ਕਿ ਜਿਹੜੀ ਮੇਰੀ ਕੇਸ ਦਾ ਵਚਨ ਆ ਉਹ ਐਗਜ਼ੈਕਟਲੀ ਲਿਖਿਆ ਕਿੱਥੇ ਆ, ਕਿਹੜੀ ਪੁਸਤਕ ਦੇ ਵਿੱਚ ਅਤੇ ਕਿਹੜੀ ਵਰਸ ਦੇ ਵਿੱਚ ਲਿਖਿਆ? ਹਾਲੇਲੂਇਆ। ਇਹ ਆ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੀ ਲੜਨਾ, ਐਗਜ਼ੈਕਟਲੀ ਪਤਾ ਹੋਣਾ ਕਿਹੜਾ ਵਚਨ ਕਿੱਥੇ ਲਿਖਿਆ, ਤਾਂ ਕਿ ਅਸੀਂ ਸ਼ੈਤਾਨ ਦੇ ਥੱਪੜ ਮਾਰ ਸਕੀਏ। ਹਾਲੇਲੂਇਆ। ਜਿਸ ਤਰ੍ਹਾਂ ਕਿ ਮੈਂ ਕੱਲ੍ਹ ਦੱਸਿਆ ਸੀਗਾ, ਮਤੀ 4:4 ਦੇ ਵਿੱਚ ਜਦੋਂ ਪਰਮੇਸ਼ਰ ਨੇ ਸ਼ੈਤਾਨ ਨਾਲ ਫਾਈਟ ਕਰ ਰਹੇ ਸੀ, ਲਿਖਾ ਹੈ ਮਤੀ 4:4 ਦੇ ਵਿੱਚ ਪਰਮੇਸ਼ਰ ਸ਼ੈਤਾਨ ਦੇ ਨਾਲ ਫਾਈਟ ਕਰ ਰਹੇ ਸੀ, ਯਿਸੂ ਮਸੀਹ। ਹਾਲੇਲੂਇਆ। ਕਿਉਂਕਿ ਸ਼ੈਤਾਨ ਉਹਨਾਂ ਨੂੰ ਪਰਖ ਰਿਹਾ ਸੀਗਾ, ਅਤੇ ਯਿਸੂ ਮਸੀਹ ਨੇ ਵਚਨ ਦੇ ਨਾਲ ਫਾਈਟ ਕੀਤੀ। ਹਾਲੇਲੂਇਆ। ਹਥਿਆਰਾਂ ਦੇ ਨਾਲ ਨਹੀਂ, ਹੱਥਾਂ ਪੈਰਾਂ ਦੇ ਨਾਲ ਨਹੀਂ। ਇਹ ਵੀ ਨਹੀਂ ਕਿਹਾ ਕਿ ਲੈ ਮੈਂ ਤਾਂ ਸਵਰਗ ਤੋਂ ਉਤਰਿਆ ਹੋਇਆ ਪਰਮੇਸ਼ਰ ਦਾ ਬੇਟਾ, ਤੈਨੂੰ ਪਤਾ ਨਹੀਂ ਲੱਗਦਾ ਤੂੰ ਮੇਰੇ ਨਾਲ ਫਾਈਟ ਕਰੀ ਜਾਂਦਾ ਕਿ ਨੋ। ਪਰਮੇਸ਼ਰ ਨੇ ਕੋਈ ਇਮੋਸ਼ਨਲ ਲੜਾਈ ਨਹੀਂ ਲੜੀ। ਪਰਮੇਸ਼ਰ ਨੇ ਕੋਈ ਆਪਣਾ ਉਹਦੇ ਉੱਤੇ ਉਹ ਕੀ ਕਹਿੰਦੇ ਹੁੰਦੇ ਅਥੋਰਿਟੀ ਨਹੀਂ ਦਿਖਾਈ ਕਿ ਮੈਂ ਬਹੁਤ ਮਹਾਨ ਹਾਂ, ਮੈਂ ਬਹੁਤ ਵੱਡਾ ਹਾਂ, ਮੈਂ ਤਾਂ ਸਰਬਸ਼ਕਤੀਮਾਨ ਪਰਮੇਸ਼ਰ ਹਾਂ, ਪ੍ਰਗਟ ਰੂਪ ਦੇ ਵਿੱਚ ਆਇਆ ਹੋਇਆ। ਪਰ ਪਰਮੇਸ਼ਰ ਨੇ ਉਹੀ ਇਸਤੇਮਾਲ ਕੀਤਾ ਜੋ ਪਰਮੇਸ਼ਰ ਨੇ ਸਾਨੂੰ ਇਸਤੇਮਾਲ ਕਰਨ ਨੂੰ ਕਿਹਾ। ਹਾਲੇਲੂਇਆ। ਜੋ ਹੈ ਉਹਦਾ ਵਚਨ। ਹਾਲੇਲੂਇਆ, ਹਾਲੇਲੂਇਆ। ਤਾਂ ਸੋ ਫਸਟ ਆਫ ਆਲ ਆਪਾਂ ਚੱਲਦੇ ਹਾਂ ਉਤਪੱਤੀ ਦੀ ਕਿਤਾਬ ਦੇ ਵਿੱਚ। ਹਾਲੇਲੂਇਆ। ਉਤਪੱਤੀ ਦੀ ਕਿਤਾਬ ਦੇ ਵਿੱਚ ਆਪਾਂ ਚੱਲਦੇ ਹਾਂ ਜੇਨੇਸਿਸ ਦੇ ਵਿੱਚ, ਔਰ ਜੇਨੇਸਿਸ 1 ਉਹਦੀ 27 ਆਇਤ ਦੇ ਵਿੱਚ ਲਿਖਿਆ, तब परमेश्वर ने मनुष्य को अपने स्वरूप के अनुसार उत्पन्न किया। अपने ही स्वरूप के अनुसार परमेश्वर ने उसको उत्पन्न किया, नर और नारी करके उसको मनुष्य की सृष्टि की, और परमेश्वर ने उनको आशीष दी। हालेलुया। मेरे भैन भाई सारे प्लीज़ बड़े ध्यान दे नाल सुनना कि परमेश्वर ने उनको आशीष दी। उनको किनको? मनुष्य नू, नर और नारी नू। हालेलुया। इट मीन्स कि वचन सारियां दे लई आ। हालेलुया। कि परमेश्वर ने उनको आशीष दी और उनसे कहा, फूलो फलो, पृथ्वी में भर जाओ, उसको अपने वश में कर लो, और समुद्र की मछलियाँ तथा आकाश के पंछियों और पृथ्वी पर रहने वालों सब जंतुओं पर अधिकार रखो। हालेलुया। परमेश्वर ने की क्या? फूलो और फलो। हालेलुया। और लिखा कि बी फ्रूटफुल एंड मल्टीप्लाई। हालेलुया। अगर सानू मैथ आउंदा आ तां सानू पता है कि कोई भी चीज़ मल्टीप्लाई नहीं होंदी जिन्ना तिकर कि एक नंबर ना होवे उन्होंने मल्टीप्लाई करन दे लई। हालेलुया। फॉर एग्जाम्पल असी एक सेब तो 4 सेब बनाने आ, तो मैं एक सेब दे विचों बीज कढ़ के उन्होंने बोवांगी। हालेलुया। ताकि वो 4 सेब उग सकन। उन्होंने कहते मल्टीप्लाई करना, एक चीज़ तो बहुत सारियां बनानियां। तो किद्दां पॉसीबल असी परमेश्वर के सामने जाके कह सकते हैं कि प्रभु देख तू मैनू इत्थे लिखिया कि फूल और फलो और पृथ्वी में भर जाओ, मतलब कि बी फ्रूटफुल एंड मल्टीप्लाई, पर मैं मल्टीप्लाई किद्दां करा जे मेरे कोल एक भी है नहीं गा तां। हालेलुया। तो सो ये इनू कहंदे आ परमेश्वर दे वचन दे विचों फाइट करनी, परमेश्वर दे नाल अपने केस दा डिस्कशन करना। हालेलुया। तो सो ये मैं पढ़िया आ, तुसीं ज़रूर मेरे भैन भाई ज़रूर जाके उत्पत्ति 1 और 28 ऐत ज़रूर पढ़ना। हालेलुया। और मनन करना। परमेश्वर तुहाडे हिरदिਆਂ ਦੇ ਨਾਲ ਗੱਲਬਾਤ ਕਰੇਗਾ और तुहाडे केस ਨੂੰ सॉल्व करेगा जब तुसीं इस रीति ਦੇ ਨਾਲ परमेश्वर ਦੇ वचन ਦੇ ਵਿੱਚੋਂ ਦੀ फाइट करोगे और अपनी ब्लैसिंग ਨੂੰ ਲਾਉਂਗੇ। हालेलुया। सो कुछ वचन हैगे आ ਜਿਹੜੇ कि मैं ਕੱਢੇ ਆ। हालेलुया। इन्हां विषयां ਦੇ ਉੱਤੇ ਗੱਲ ਕਰਨ ਦੇ ਲਈ, एंड दैन प्लीज़ उन्होंने इस मैसेज में दोबारा सुनना और इस दे अकॉर्डिंग प्रार्थना करना। मेरा बिलीव है कि टेस्टमनी श्योर हाँ। हालेलुया। सो प्रेज द लॉर्ड। अगे आप चलते हैं भजन साहित्य जबूर 127 ओदी 3 ऐत दे विच लिखिया, देखो लड़के यहोवा के दिए हुए भाग हैं, गर्भ का फल
उसकी ओर से प्रतिफल है। ਹਾਲੇਲੂਇਆ। ਕਿਹਦੀ ਔਰ ਤੋਂ ਪ੍ਰਤੀਫਲ ਆ? ਪਰਮੇਸ਼ਵਰ ਦੀ ਔਰ ਤੋਂ। ਤੁਸੀਂ ਪਰਮੇਸ਼ਵਰ ਨੂੰ ਕਹਿ ਸਕਦੇ ਹਾਂ, ਪ੍ਰਭੂ ਦੇਖ ਮੈਂ ਪ੍ਰਾਰਥਨਾ ਕਰ ਰਿਹਾ, ਦੇਖ ਪ੍ਰਭੂ ਮੈਂ ਰੋਜ਼ੇ ਵੀ ਰੱਖ ਰਿਹਾ, ਦੇਖ ਪ੍ਰਭੂ ਮੈਂ ਬੋ ਵੀ ਰਿਹਾ ਹਾਂ, ਦੇਖ ਪ੍ਰਭੂ ਕਿ ਮੈਂ ਤੇਰੀ ਪਵਿੱਤਰਤਾ ਵਿੱਚ ਵੀ ਚੱਲ ਰਿਹਾ। ਹਾਲੇਲੂਇਆ। ਮੈਂ ਨਮਰ ਹੋ ਕੇ ਵੀ ਚੱਲ ਰਿਹਾ। ਪਰਮੇਸ਼ਵਰ ਤਾਂ ਫਿਰ ਮੇਰਾ ਪ੍ਰਤੀਫਲ ਕਿੱਥੇ ਆ? ਹਾਲੇਲੂਇਆ। ਤੁਸੀਂ ਕਹਿ ਸਕਦੇ ਹੋ ਪਰਮੇਸ਼ਵਰ ਮੇਰੇ ਗਰਭ ਦਾ ਫਲ, ਇਹ ਜ਼ਰੂਰੀ ਨਹੀਂ ਹੈ ਕਿ ਸਿਰਫ ਔਰਤ ਦਾ ਹੀ ਗਰਭ ਦਾ ਫਲ ਹੁੰਦਾ, ਬੰਦਿਆਂ ਦਾ ਗਰਭ ਦਾ ਫਲ ਵੀ ਹੁੰਦਾ। ਹਾਲੇਲੂਇਆ। ਜਿੱਥੇ ਇੱਕ ਔਰਤ ਗਰਭ ਦਾ ਫਲ ਮਤਲਬ ਕਿ ਇੱਕ ਬੇਬੀ ਪੈਦਾ ਕਰਦੀ ਆ, ਉਸੇ ਤਰ੍ਹਾਂ ਇੱਕ ਆਦਮੀ ਗਰਭ ਦਾ ਫਲ ਮਤਲਬ ਬਿਜ਼ਨਸ ਪੈਦਾ ਕਰਦਾ ਆ। ਹਾਲੇਲੂਇਆ। ਇੱਕ ਆਦਮੀ ਜਿਹੜਾ ਆ ਉਹ ਘਰ ਦੀ ਬੜੋਤਰੀ ਪੈਦਾ ਕਰਦਾ ਆ। ਹਾਲੇਲੂਇਆ। ਤਾਂ ਸੋ ਇਹ ਦੋਨਾਂ ਭੈਣ ਭਾਈਆਂ ਦੇ ਲਈ ਵਚਨ ਹੈਗਾ ਆ। ਹਾਲੇਲੂਇਆ। ਕਿ ਗਰਭ ਦਾ ਫਲ ਉਸकी ਔਰ ਸੇ ਪ੍ਰਤੀਫਲ ਹੈ। ਤੁਸੀਂ ਕਹਿ ਸਕਦੇ ਹਾਂ ਪਰਮੇਸ਼ਰ ਮੇਰੇ ਗਰਭ ਨੂੰ ਫਰੂਟਫੁਲ ਕਰ, ਮੇਰੀ ਜ਼ਿੰਦਗੀ ਨੂੰ ਫਰੂਟਫੁਲ ਕਰ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਮੇਰੇ ਪਰਿਵਾਰ ਨੂੰ ਫਰੂਟਫੁਲ ਕਰ। ਪ੍ਰੇਜ਼ ਦ ਲਾਰਡ। ਉਸ ਤੋਂ ਅਗਲੀ ਆਇਤ ਅਗਰ ਆਪਾਂ ਦੇਖੀਏ, ਭਜਨ ਸਾਹਿਤਾ ਮਤਲਬ ਕਿ ਜ਼ਬੂਰ 128 ਉਹਦੀ 3 ਐਤ ਦੇ ਵਿੱਚ ਲਿਖਿਆ ਤੇਰੇ ਘਰ ਕੇ ਭੀतर तेरी स्त्री फलवंत दाखलता सी होगी, तेरी मेज के चारों ओर तेरे बालक जलपाई के पौधे से होंगे। ਹਾਲੇਲੂਇਆ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਕਿ ਜਿਹੜੀ ਇਸਤਰੀ ਆ ਫਲਵੰਤ ਦਾਖਲਤਾ ਮਤਲਬ ਦਾਖ ਹੁੰਦੇ ਅੰਗੂਰ। ਹਾਲੇਲੂਇਆ। ਤਾਂ ਸੋ ਫਲਵੰਤ ਦਾਖਲਤਾ ਮਤਲਬ ਕਿ ਉਹਦੇ ਟਾਹਣੀਆਂ ਨੂੰ ਇੰਨੇ ਜ਼ਿਆਦਾ ਅੰਗੂਰ ਲੱਗ ਰਿਹਾ, ਇੰਨੀ ਉਹ ਫਰੂਟਫੁਲ ਆ ਕਿ ਤੁਸੀਂ ਉਸ ਦੈਨ ਉਸ ਅੰਗੂਰ ਤੋਂ ਤੁਸੀਂ ਦੈਨ ਜੂਸ ਬਣਾ ਸਕਦੇ ਆ। ਉਹ ਫਲਵੰਤ ਇੱਕ ਦਾਖਲਤਾ ਆ, ਇੱਕ ਟਾਹਣੀ ਆ ਜੋ ਕਿ ਫਲਵੰਤ ਹੀ ਹੁੰਦੀ ਜਾ ਰਹੀ ਆ। ਉਹਦੇ ਵਿੱਚੋਂ ਦੀ ਹੋਰ ਫਰੂਟ ਨਿਕਲੀ ਜਾਂਦਾ, ਉਹਦੇ ਵਿੱਚੋਂ ਹੋਰ ਟਾਹਣੀਆਂ ਨਿਕਲੀ ਜਾਂਦੀਆਂ, ਉਹਨੂੰ ਕਹਿੰਦੇ ਆ ਫਲਵੰਤ ਦਾਖਲਤਾ। ਤਾਂ ਕੀ ਲਿਖਿਆ ਯਿਸੂ ਮਸੀਹ ਨੇ, ਪਰਮੇਸ਼ਰ ਨੇ ਕੀ ਲਿਖਿਆ ਜ਼ਬੂਰਾਂ ਦੇ ਵਿੱਚ? ਤੇਰੇ ਘਰ ਕੇ ਭੀਤਰ ਤੇਰੀ ਇਸਤਰੀ, ਹਾਲੇਲੂਇਆ, ਇੱਕ ਪੁਰਸ਼ ਵਾਸਤੇ ਲਿਖਿਆ ਕਿ ਤੇਰੀ ਇਸਤਰੀ ਜਿਹੜੀ ਹੋਊਗੀ ਉਹ ਫਲਵੰਤ ਦਾਖਲਤਾ ਵਰਗੀ ਹੋਊਗੀ। ਹਾਲੇਲੂਇਆ। ਕਿ ਉਹਦੀ ਬੜੋਤਰੀ ਹੀ ਹੁੰਦੀ ਜਾਏਗੀ, ਉਹ ਕਦੀ ਵੀ ਸੁੱਕੇਗੀ ਨਹੀਂ। ਹਾਲੇਲੂਇਆ। ਪਰਮੇਸ਼ਰ ਨੂੰ ਤੁਸੀਂ ਇੱਦਾਂ ਕਹਿ ਸਕਦੇ ਹਾਂ, ਪ੍ਰਭੂ ਜੀ ਕਿ ਮੈਂ ਇਸਤਰੀ ਹਾਂ, ਪ੍ਰਭੂ ਜੀ ਤੁਸੀਂ ਮੈਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਧਰਤੀ ਉੱਤੇ ਘੱਲਿਆ, ਤਾਂ ਸੋ ਮੈਂ ਫਲਵੰਤ ਦਾਖਲਤਾ ਕਿਉਂ ਨਹੀਂ ਹਾਂ? ਪਰਮੇਸ਼ਰ ਮੈਨੂੰ ਵੀ ਫਲਵੰਤ ਦਾਖਲਤਾ ਬਣਾ ਤਾਂ ਕਿ ਮੈਂ ਤੇਰੇ ਲਈ ਫਲ ਲਿਆ ਸਕਾਂ। ਹਾਲੇਲੂਇਆ। ਤਾਂ ਕਿ ਮੈਂ ਤੇਰੀ ਟੈਸਟਮਨੀ ਦੇ ਲਈ ਫਲ ਲਿਆ ਸਕਾਂ, ਤਾਂ ਕਿ ਮੈਂ ਲੋਕਾਂ ਨੂੰ ਉਸ ਟੈਸਟਮਨੀ ਨੂੰ ਜਦ ਮੈਂ ਫੜੂੰਗੀ, ਉਸ ਬੱਚੇ ਨੂੰ ਜਦੋਂ, ਉਸ ਬਲੈਸਿੰਗ ਨੂੰ ਜਦੋਂ ਮੈਂ ਆਪਣੇ ਹੱਥਾਂ ਦੇ ਵਿੱਚ ਕੈਰੀ ਕਰੂੰਗੀ, ਮੈਂ ਫੜੂੰਗੀ, ਲੋਕ ਦੇਖਣਗੇ ਔਰ ਮੈਨੂੰ ਪੁੱਛਣਗੇ ਔਰ ਕੀ ਤੈਨੂੰ ਕਿੱਦਾਂ ਮਿਲਿਆ। ਹਾਲੇਲੂਇਆ। ਤਾਂ ਦੈਨ ਤੁਸੀਂ ਕਹਿ ਸਕਦੇ ਹਾਂ, ਦੈਨ ਫਿਰ ਪਰਮੇਸ਼ਰ ਨੂੰ ਤੁਸੀਂ ਕਹਿ ਸਕਦੇ ਪ੍ਰਭੂ ਜੀ ਫਿਰ ਮੈਂ ਤੇਰੀ ਟੈਸਟਮਨੀ ਦਊਂਗੀ। ਹਾਲੇਲੂਇਆ। ਮੇਰੀ ਬਲੈਸਿੰਗ ਜਿਹੜੀ ਹੋਊਗੀ ਉਹ ਤੇਰੀ ਟੈਸਟਮਨੀ ਦਾ ਕਾਰਨ ਹੋਊਗੀ। ਹਾਲੇਲੂਇਆ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਭਜਨ ਸਾਹਿਤਾ 113 ਦੀ 9 ਦੇ ਵਿੱਚ ਕੀ ਲਿਖਿਆ ਕਿ ਪਰਮੇਸ਼ਰ ਲਿਖਿਆ ਕਿ ਕੰਗਾਲਾਂ ਨੂੰ ਮਿੱਟੀ ਤੋਂ ਉਠਾ ਕੇ ਉਹਨੂੰ ਆਪਣੇ ਪ੍ਰਧਾਨਾਂ ਦੇ ਸੰਗ ਬਿਠਾਉਂਦਾ ਹੈ। ਹਾਲੇਲੂਇਆ। ਮਤਲਬ ਕਿ ਇਹ ਅਗਰ ਕੋਈ ਗਰੀਬੀ ਦੇ ਨਾਲ ਫਾਈਟ ਕਰ ਰਿਹਾ ਤਾਂ ਸੋ ਗਰੀਬੀ ਦੇ ਲਈ ਇਹ ਵਚਨ ਲਿਖਿਆ ਆ ਕਿ ਪਰਮੇਸ਼ਰ ਕੰਗਾਲਾਂ ਨੂੰ ਮਿੱਟੀ ਤੋਂ ਚੱਕ ਕੇ ਆਪਣੇ ਪ੍ਰਧਾਨਾਂ ਦੇ ਸੰਗ ਬਿਠਾਉਂਦਾ, ਮਤਲਬ ਕਿ ਉੱਚੀ ਪਦਵੀ ਦਿੰਦਾ ਆ। ਇਹੋ ਜਿਹਾ ਉਹ ਪਰਮੇਸ਼ਰ ਆ। ਦੈਨ ਅਗਰ ਆਪਾਂ 9 ਐਤ ਦੇਖੀਏ ਜੋ ਕਿ ਸਾਡਾ ਕੇਸ ਆ ਅੱਜ ਦਾ, ਲਿਖਿਆ ਵह बांझ को घर में लड़कों की आनंद करने वाली माता बनाता है। ਹਾਲੇਲੂਇਆ। ਫਸਟ ਆਫ ਆਲ ਤੁਸੀਂ ਪਰਮੇਸ਼ਰ ਨੂੰ ਕਹਿਣਾ, ਪ੍ਰਭੂ ਜੀ ਅਗਰ ਤੂੰ ਬਾਂਝ ਨੂੰ ਬਲੈਸ ਕਰ ਸਕਦਾ ਤਾਂ ਤੂੰ ਮੈਨੂੰ ਤਾਂ ਫਰੂਟਫੁਲ ਬਣਾਇਆ। ਉਤਪੱਤੀ ਦੇ ਵਿੱਚ ਤੂੰ ਮੈਨੂੰ ਕਿਹਾ ਕਿ ਬੀ ਫਰੂਟਫੁਲ ਐਂਡ ਮਲਟੀਪਲਾਈ। ਤਾਂ ਸੋ ਮੈਂ ਫਰੂਟਫੁਲ ਹਾਂ। ਹਾਲੇਲੂਇਆ। ਕਿ ਮੈਂ ਫਲ ਲਿਆਉਣ ਵਾਲੀ ਇੱਕ ਧਰਤੀ ਹਾਂ। ਹਾਲੇਲੂਇਆ। ਤਾਂ ਸੋ ਮੇਰੇ ਵਿੱਚ ਫਲ ਉੱਗੇ ਪਰਮੇਸ਼ਰ। ਹਾਲੇਲੂਇਆ। ਔਰ ਮੈਨੂੰ ਵੀ ਲੜਕਿਆਂ ਦੀ ਆਨੰਦ ਕਰਨੇ ਵਾਲੀ ਮਾਤਾ ਬਣਾ। ਹਾਲੇਲੂਇਆ। ਮੇਰੇ ਭਾਈ ਕਹਿ ਸਕਦੇ ਆ ਕਿ ਪਰਮੇਸ਼ਰ ਮੈਨੂੰ ਵੀ ਇਹੋ ਜਿਹੀਆਂ ਵੱਡੀਆਂ ਬਲੈਸਿੰਗਸ ਦਾ ਹੱਕਦਾਰ ਬਣਾ, ਇਹੋ ਜਿਹੀਆਂ ਬਲੈਸਿੰਗਸ ਮੈਨੂੰ ਦੇ ਕਿ ਮੈਂ ਆਨੰਦ ਕਰਨ ਵਾਲਾ ਹੋ ਜਾਵਾਂ। ਹਾਲੇਲੂਇਆ। ਹਾਲੇਲੂਇਆ। ਦੈਨ ਅਗਲੀ ਆਪਣਾ ਵਚਨ ਹੈਗਾ ਵਿਵਸਥਾ ਵਿਵਰਣ ਬਾਈਬਲ ਦੀ 5ਵੀਂ ਬੁੱਕ ਆ। ਉਤਪੱਤੀ, ਨਿਰਗਮਨ, ਲੇਵੀ ਵਿਵਸਥਾ, ਗਿਣਤੀ ਔਰ ਵਿਵਸਥਾ ਵਿਵਰਣ। ਹਾਲੇਲੂਇਆ। ਉਹਦੀ ਵਿਵਸਥਾ ਵਿਵਰਣ ਦੀ 30 बाप और ਉਹਦੀ मैं 9 पढ़न जा रही हूँ। लिखा और यहोवा तेरी भलाई के लिए तेरे सब कामों में और तेरी संतान और पशुओं के बच्चे और भूमि की उपज में तेरी बढ़ती करेगा।
क्योंकि यहोवा फिर तेरे ऊपर भलाई के लिए वैसा ही आनंद करेगा जैसा उसने तेरे पूर्वजों के ऊपर किया था। ਹਾਲੇਲੂਇਆ। ਸੋ ਤੁਸੀਂ ਇਹ ਵੀ ਵਚਨ ਪਰਮੇਸ਼ਰ ਦੇ ਸਾਹਮਣੇ ਇਸਤੇਮਾਲ ਕਰ ਸਕਦੇ ਹੋ ਪ੍ਰਾਰਥਨਾ ਦੇ ਵਿੱਚ ਕਿ ਪ੍ਰਭੂ ਜੀ ਮੇਰੇ ਨਾਲ ਭਲਾਈ ਕਰ, ਮੇਰੇ ਨਾਲ ਭਲਾਈ ਦੇ ਨਾਲ ਪੇਸ਼ ਆ, ਕਿਉਂਕਿ ਤੂੰ ਭਲਾ ਪਰਮੇਸ਼ਰ ਆ, ਔਰ ਮੇਰੀ ਬੜੋਤਰੀ ਕਰ। ਜਿਸ ਤਰ੍ਹਾਂ ਕਿ ਤੂੰ ਇੰਨੀਆਂ ਸਾਰੀਆਂ ਆਪਣੀਆਂ ਬੇਟੀਆਂ ਨੂੰ ਗਰਭ ਦਾ ਫਲ ਦਿੱਤਾ ਔਰ ਉਹਨਾਂ ਦੀ ਬੜੋਤਰੀ ਕੀਤੀ ਆ, ਉਹਨਾਂ ਦੀ ਭੂਮੀ ਦੇ ਵਿੱਚ ਉਪਜ ਦਿੱਤੀ, ਉਹਨਾਂ ਦੇ ਗਰਭ ਦੇ ਵਿੱਚ ਉਪਜ ਦਿੱਤੀ ਆ, ਤਾਂ ਮੈਨੂੰ ਵੀ ਉਪਜ ਦੇ। ਹਾਲੇਲੂਇਆ। ਔਰ ਬਾਈਬਲ ਕਹਿੰਦੀ ਆ ਮੰਗੋਗੇ ਤਾਂ ਦਿਆ ਜਾਏਗਾ। ਪ੍ਰੇਜ਼ ਦ ਲਾਰਡ। ਤਾਂ ਸੋ ਇਹ ਸੀਗੇ ਕੁਛ ਵਚਨ ਜੋ ਮੈਂ ਬਾਈਬਲ ਦੇ ਵਿੱਚੋਂ ਕੱਢ ਕੇ ਪ੍ਰਾਰਥਨਾ ਦੇ ਲਈ ਲੈ ਕੇ ਆਈ ਹਾਂ। ਹਾਲੇਲੂਇਆ। ਹੁਣ ਆਪਾਂ ਚੱਲਦੇ ਹਾਂ ਪਰਮੇਸ਼ਰ ਦੇ ਇੱਕ ਹੋਰ ਵਚਨ ਦੇ ਵਿੱਚ ਕਿ ਜਦ ਪਰਮੇਸ਼ਰ ਰੋਗੀਆਂ ਨੂੰ ਚੰਗਾ ਕਰਦਾ ਆ। ਹਾਲੇਲੂਇਆ। ਸੋ ਲਿਖਿਆ ਭਜਨ ਸੰਹਿਤਾ 107 ਉਹਦੀ 20 ਐਤ ਦੇ ਵਿੱਚ ਲਿਖਿਆ, ਮੈਂ ਆਪਣੇ वचन के द्वारा उनको चंगा करता और जिस गड्ढे में वह पड़े हैं उससे निकालता है। ਮਤਲਬ ਕਿ ਪਰਮੇਸ਼ਰ ਆਪਣੇ ਵਚਨ ਨੂੰ ਭੇਜ ਕੇ ਹੀ ਚੰਗਾ ਕਰਦਾ ਆ। ਜਦ ਪਰਮੇਸ਼ਰ ਨੇ ਦੁਨੀਆ ਨੂੰ ਬਚਾਉਣਾ ਸੀਗਾ ਤਾਂ ਫਿਰ ਪਰਮੇਸ਼ਰ ਨੇ ਕਿਹਨੂੰ ਭੇਜਿਆ ਸੀ? ਆਪਣੇ ਹੀ ਵਚਨ ਨੂੰ। ਹਾਲੇਲੂਇਆ। यूहन्ना 1 ਦੇ ਵਿੱਚ ਲਿਖਿਆ कि परमेश्वर तूने अपना एक लौता पुत्र भेजा, अपने वचन को देहधारी करके भेजा। मतलब कि वचन ही मनुष्य बन के आया। हालेलुया। और लिखा जब तू रोगियों को चंगा करता है तो अपने वचन के द्वारा चंगा करता है और जो गड्ढे में पड़े हैं उनको निकालता है। किहदे द्वारा? वचन दे द्वारा। प्रेज द लॉर्ड। हालेलुया। एक होर केस ਆਪਾਂ ਦੇਖਦੇ ਹਾਂ ਜਿੱਥੇ ਪਰਮੇਸ਼ਰ ਨੇ ਆਪਣੇ ਵਚਨ ਦੇ ਦੁਆਰਾ ਚੰਗਾ ਕੀਤਾ। ਹਾਲੇਲੂਇਆ। ਸੋ ਆਪਾਂ ਚੱਲਦੇ ਹਾਂ ਮਤੀ 8 ਉਹਦੇ ਵਿੱਚ ਲਿਖਿਆ ਕਿ ਜਦ ਯੀਸ਼ੂ ਪਤਰਸ ਦੇ ਘਰ ਗਿਆ ਕਿ ਉਹਦੀ ਸੱਸ ਜਿਹੜੀ ਸੀ ਉਹਨੂੰ ਬੁਖਾਰ ਸੀਗਾ, ਤਾਂ ਪਤਰਸ ਦੀ ਸੱਸ ਬੁਖਾਰ ਨਾਲ ਪੀੜਿਤ ਸੀਗੀ ਔਰ ਪਈ ਸੀਗੀ। ਤਾਂ ਸੋ ਯੀਸ਼ੂ ਮਸੀਹ ਨੇ ਜਾ ਕੇ ਉਹਨੂੰ ਟੱਚ ਕੀਤਾ ਔਰ ਉਹਦਾ ਜਬਰ ਬਾਈਬਲ ਕਹਿੰਦੀ ਹੈ ਕਿ ਯੀਸ਼ੂ ਮਸੀਹ ਦੇ ਛੂੰਹਦੇ ਸਾਰੀ ਉਹ ਜਾਂਦਾ ਰਿਹਾ। ਹਾਲੇਲੂਇਆ। ਔਰ ਲਿਖਿਆ मैं मती 8 ਉਹਦੀ 16 ਤੋਂ पढ़न लगी हाँ। लिखा जब संध्या हुई, मतलब कि जब शाम हुई, तब वह उसके पास बहुत से लोगों को ले आए। हालेलुया। जब उन्होंने मिरेकल देखा कि पतरस की सस चंगी हो गई है, शाम तक लोगों को होर रोगियों को ਉਹਦੇ ਕੋਲ ले आए। हालेलुया। और लिखा बहुत से लोगों को ले आए जिनमें दुष्ट आत्माएं थी और उनसे उन आत्माओं को अपने वचन से निकाल दिया और सब बीमारों को चंगा किया। तब जो वचन यशाया भविष्यवक्ता के द्वारा कहा गया था वह पूरा हो, अपने आप उसने आप हमारी दुर्बलताओं को ले लिया और हमारी बीमारियों को उठा लिया। तो सो परमेश्वर ने कितना चंगा किया, दुष्ट आत्माओं तो फ्री किया, अंधकार ਦੀਆਂ ਸ਼ਕਤੀਆਂ ਤੋਂ ਪਰਮੇਸ਼ਰ ਨੇ ਫ੍ਰੀ ਕੀਤਾ, ਆਜ਼ਾਦ ਕੀਤਾ, ਬਿਮਾਰੀਆਂ ਤੋਂ ਰੋਗਾਂ ਤੋਂ ਚੰਗਾ ਕੀਤਾ, ਫਰੂਟਫੁਲ ਕੀਤਾ, ਉਹਨਾਂ ਨੂੰ ਭਲਾ ਚੰਗਾ ਕਰਕੇ ਆਪਣੇ ਆਪਣੇ ਘਰਾਂ ਨੂੰ ਭੇਜਿਆ। ਕਾਹਦੇ ਨਾਲ? ਵਚਨ ਦੇ ਨਾਲ। ਹਾਲੇਲੂਇਆ। ਜ਼ਬੂਰਾਂ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਆਪਣੇ ਨਾਮ ਨਾਲ ਵੀ ਵੱਡਾ ਮਹੱਤਵ ਆਪਣੇ ਵਚਨ ਨੂੰ ਦਿੱਤਾ ਆ। ਪ੍ਰੇਜ਼ ਦ ਲਾਰਡ। ਦੈਨ ਆਪਾਂ ਚੱਲਾਂਗੇ ਲੂਕਾ 18 ਉਹਦੀ 27। ਪ੍ਰੇਜ਼ ਦ ਲਾਰਡ। ਸੋ ਲੂਕਾ 18 ਉਹਦੀ 27 ਕੀ ਕਹਿੰਦੀ ਆ ਸਾਨੂੰ? ਲਿਖਿਆ यीशु ने कहा जो मनुष्य से नहीं हो सकता वह परमेश्वर से हो सकता है। हालेलुया। ਤਾਂ ਸੋ ਇਹ ਸਾਡਾ ਬੈਨੀਫਿਟ ਆ, ਇਹ ਸਾਡਾ ਫਾਇਦਾ ਆ ਪਰਮੇਸ਼ਰ ਦੇ ਕੋਲ ਜਾਣ ਦਾ ਕਿ ਅਸੀਂ ਉਹਦੇ ਹੀ ਵਚਨ ਨੂੰ ਉਹਦੇ ਕੋਲ ਲੈ ਕੇ ਜਾ ਕੇ ਅਸੀਂ ਆਪਣਾ ਮੁਕੱਦਮਾ ਰੱਖ ਸਕਦੇ ਹਾਂ ਔਰ ਪਰਮੇਸ਼ਰ ਦੇ ਕੋਲੋਂ ਬਲੈਸਿੰਗ ਲੈ ਸਕਦੇ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਕੋਲੋਂ ਬਲੈਸਿੰਗਸ ਟੈਸਟਮਨੀਸ ਲੈਣਾ ਔਖਾ ਨਹੀਂ ਆ, ਬਸ ਜਸਟ ਇੱਕ ਤਰੀਕਾ ਹੋਣਾ ਚਾਹੀਦਾ। ਹਾਲੇਲੂਇਆ। ਉਸੇ ਤਰ੍ਹਾਂ ਬਿਜ਼ਨਸ ਕਰਨਾ ਔਖਾ ਨਹੀਂ ਆ, ਸਿਰਫ ਤਰੀਕਾ ਆਉਣਾ ਚਾਹੀਦਾ। ਹਾਲੇਲੂਇਆ। ਭਲਾ ਚੰਗਾ ਰਹਿਣਾ ਔਖਾ ਨਹੀਂ ਆ, ਬਲਕਿ ਸਿਰਫ ਤਰੀਕਾ ਆਉਣਾ ਚਾਹੀਦਾ। ਕਹਾਵਤਾਂ ਦੇ ਵਿੱਚ ਲਿਖਿਆ ਕਿ ਮੇਰੇ ਵਚਨਾਂ ਉੱਤੇ ਕੰਨ ਲਗਾਹੇ ਮੇਰੇ ਬੇਟੇ, ਇੱਦਾਂ ਕਰਨ ਦੇ ਨਾਲ ਤੂੰ ਭਲਾ ਔਰ ਚੰਗਾ ਰਹੇਂਗਾ, ਤੇਰੀਆਂ ਹੱਡੀਆਂ ਹਸ਼ਟ ਪੁਸ਼ਟ ਰਹਿਣਗੀਆਂ। ਹਸ਼ਟ ਪੁਸ਼ਟ ਮਤਲਬ ਕਿ ਤੇਰੀਆਂ ਹੱਡੀਆਂ ਸੁੱਕਣਗੀਆਂ ਨਹੀਂ। ਹਾਲੇਲੂਇਆ। ਕਾਹਦੇ ਨਾਲ? ਮੇਰੇ ਵਚਨ ਨੂੰ ਸੁਣਨ ਦੇ ਨਾਲ। ਪ੍ਰੇਜ਼ ਦ ਲਾਰਡ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਅੱਜ ਦੇ ਵਚਨ ਦੇ ਦੁਆਰਾ। ਔਰ ਸੱਚਮੁੱਚ ਇਸ ਵਚਨ ਨੂੰ ਬਾਰ-ਬਾਰ ਸੁਣਨਾ
ਮੈਂ ਤਾਂ ਇਹ ਕਹੂੰਗੀ ਕਿ ਇਹ ਵਚਨ ਪਰਮੇਸ਼ਰ ਕਹਿੰਦੇ ਕਿ ਮੇਰਾ ਵਚਨ ਜ਼ਿੰਦਗੀ ਆ। ਤਾਂ ਸੋ ਇਹ ਜਿਹੜੇ ਵਚਨ ਆਪਾਂ ਅੱਜ ਕੱਢ ਕੇ ਦੇਖੇ ਆ, ਭਲਾ ਇਹਨਾਂ ਨੂੰ ਰੋਜ਼ ਦਿਹਾੜੀ ਵਿੱਚ ਇੱਕ ਵਾਰੀ ਜ਼ਰੂਰ ਸੁਣੋ, ਉਹਨਾਂ ਵਚਨਾਂ ਦੇ ਦੁਆਰਾ ਜ਼ਰੂਰ ਪ੍ਰਾਰਥਨਾ ਕਰੋ। ਹਾਲੇਲੂਇਆ, ਪਰਮੇਸ਼ਰ ਜ਼ਰੂਰ ਤੁਹਾਨੂੰ ਬਰਕਤ ਦੇਗਾ ਔਰ ਮੈਂ ਜਲਦ ਤੁਹਾਡੀ ਟੈਸਟਮਨੀ ਨੂੰ ਸੁਣਨ ਜਾ ਰਹੀ ਹਾਂ। ਪ੍ਰੇਜ਼ ਦ ਲਾਰਡ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ, ਤੁਹਾਡੇ ਪਰਿਵਾਰਾਂ ਨੂੰ ਫਲਵੰਤ ਕਰੇ, ਵਧਾਵੇ ਔਰ ਫਰੂਟਫੁਲ ਔਰ ਮਲਟੀਪਲਾਈ ਕਰੇ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਪ੍ਰੇਜ਼ ਦ ਲਾਰਡ। ਜੈ ਮਸੀਹ ਕੀ।